सन 47 ਤੇ 48 ਤੇ 46 ਇਹ ਤਿੰਨ ਪਿੰਡ ਇਕੱਠੇ ਹੋ ਗਏ। ਕੋਈ ਫੌਜੀ ਰਿਟਾਇਰ ਸੀ, ਕੋਈ ਪੁਲਿਸ ਵਾਲਾ ਰਿਟਾਇਰ ਸੀ ਵੀ ਮੁਕਾਬਲਾ ਕਰਾਂਗੇ। ਸਾਡੇ ਲਾਲਾ ਜੀ ਨੂੰ ਕਹਿੰਦੇ ਕਿ ਉੱਥੇ ਚਲੋ, ਉੱਥੇ ਹੀ ਨਹੀਂ ਉਹਦਾ ਜ਼ੋਰ ਹੈ। ਸਾਡੀ ਕਿਸਮਤ ਚੰਗੀ ਸੀ, ਨਹੀਂ ਗਏ। ਉਹ ਤਿੰਨਾਂ ਪਿੰਡਾਂ ਦਾ ਇੱਕ ਬੱਚਾ ਨਹੀਂ ਬਚਿਆ। ਮਾਰੇ ਨੂੰ ਬੱਚਾ ਹੀ ਛੱਡਦੇ। ਰਾਤ ਨੂੰ ਨਹਿਰ ਤੋੜਦੀ, ਪਿੰਡ ਦੇ ਵਿੱਚ ਪਾਣੀ ਭਰ ਗਿਆ। ਹੁਣ ਪਾਣੀ ਨੂੰ ਸੰਭਾਲਣਗੇ, ਉਹਨਾਂ ਨਾਲ ਲੜਾਈ ਕਰਨ। ਤਿੰਨਾਂ ਪਿੰਡਾਂ ਦਾ ਕਮੋ ਸਿੱਖਾਂ ਦਾ ਪਿੰਡ ਸੀ ਤੇ ਤਿੰਨਾਂ ਪਿੰਡਾਂ 'ਚ ਇੱਕ ਬੱਚਾ ਨਹੀਂ ਛੱਡਿਆ। ਉਹਨਾਂ ਸਭ ਖਤਮ ਕਰਤੇ। ਦੂਸਰੇ ਦਿਨ ਸਾਨੂੰ ਪਤਾ ਲੱਗਿਆ ਸੀ, ਰਾਤ ਨੂੰ ਨਿਕਲ ਕੇ ਘਰੋਂ ਸਾਰੀ ਰਾਤ ਖੇਤ 'ਚ ਪੈ ਰਹੇ, ਨਰਮੇ ਦੇ ਖੇਤ 'ਚ, ਗੰਨਿਆਂ ਦੇ ਖੇਤ 'ਚ। ਆਪਾਂ ਜਿਹੜੇ ਸ਼ਹਿਰ 'ਚ ਬੈਠੇ ਆ, ਉਹਦਾ ਨਾਂ ਤੇ ਆਪਣਾ ਪੂਰਾ ਐਡਰੈਸ? ਜ਼ਿਲ੍ਹਾ ਫਤਿਹਾਬਾਦ, ਮੁਨਸ਼ੀ ਰਾਮ ਨਾਂ ਹੈ। ਹਲਵਾਈ ਦਾ ਕੰਮ ਕਰਦੇ ਸੀ। ਪਾਕਿਸਤਾਨ, ਤਹਿਸੀਲ ਉਕਾੜਾ, ਜ਼ਿਲ੍ਹਾ ਮਿੰਟ ਗੁਮਰੀ, ਪਿੰਡ ਅਲਫ 39 ਚੱਕ। ਉਹਦੇ ਨਾਲ ਜੀ ਇੱਕ ਪਿੰਡ ਨਥਲਗਿਆ ਹੁੰਦਾ ਸੀ, ਇੱਕ ਪਿੰਡ ਠਾਕਰਾ ਹੁੰਦਾ ਸੀ, ਇੱਕ 47 ਚੱਕ ਸੀ ਜਿੱਥੇ ਮੈਂ ਪੜ੍ਹਦਾ ਸੀ। ਤੇ ਉਕਾੜਾ ਨੇੜੇ ਪੈਂਦਾ ਸੀ। 10-12 ਕੋਹ ਹੁੰਦੇ ਸੀ, ਪੈਦਲ ਹੀ ਜਾਣਾ ਤੇ ਪੈਦਲ ਹੀ ਆਉਣਾ। ਵੱਡੇ ਜਿਹੜੇ ਬਜ਼ੁਰਗ ਸੀਗੇ ਕੀ ਕੰਮ ਕਰਦੇ ਸੀ ਉੱਥੇ? ਦੁਕਾਨ ਕਰਦੇ ਸੀ ਜੀ ਪਿੰਡ ਦੇ ਵਿੱਚ, ਕਰਿਆਨੇ ਦੀ। 39 ਚੱਕ ਦੱਸਿਆ? ਹਾਂ, ਉੱਥੇ ਦੁਕਾਨ ਕਰਦੇ ਸੀ। ਉਸ ਟਾਈਮ ਮੈਂ 11-12 ਸਾਲ ਦਾ ਸੀ। ਮੈਂ 5ਵੀਂ ਪੜ੍ਹਦਾ ਸੀ ਸੰਨ 47 ਵਿੱਚ। ਮਸਜਿਦ ਨਹੀਂ, ਗੁਰਦੁਆਰਾ ਸੀ ਬਿਲਕੁਲ ਨਾਲ ਹੀ। ਰਾਜ ਸਿੱਖਾਂ ਦਾ ਪਿੰਡ ਸੀ ਤੇ ਗੁਰਦੁਆਰਾ ਸੀ, ਮਸਜਿਦ ਕੋਲ ਸੀ। ਮੁਸਲਮਾਨਾਂ ਦੇ ਘਰ ਹੀ 1-2 ਹੈਗੇ ਸੀ। ਕਿਹੜੀ ਹੋਰ ਬਿਰਾਦਰੀ ਕਿਹੜੀ ਸੀ ਉੱਥੇ? ਬਸ ਰਾਜ ਸਿੱਖ ਤੇ ਜਾਂ ਅਸੀਂ ਰੋੜੇ 5-4 ਘਰ ਹੈਗੇ ਸੀ। ਜ਼ਿਆਦਾ ਰਾਜ ਸਿੱਖ ਹੀ ਸੀ ਸਾਰੇ। ਆਬਾਦੀ ਠੀਕ ਹੀ ਸੀ, ਘਣੀ ਤਾਂ ਨਹੀਂ, 50-60 ਘਰ ਤਾਂ ਹੈਗਾ ਹੀ ਸੀ। ਅਸੀਂ 5 ਭਾਈ ਤੇ 2 ਭੈਣਾਂ ਸੀ। ਇੱਥੋਂ ਇੱਕ ਵੱਡਾ ਸੀ ਤੇ 3 ਛੋਟੇ ਸੀ। ਬਿਰਾਦਰੀਆਂ ਮੁਸਲਮਾਨ ਜੋ ਵੀ ਘਰ ਹੈਗੇ ਸੀ ਉੱਥੇ, ਉਹਨਾਂ ਨਾਲ ਆਣਾ ਜਾਣਾ ਬੋਲਚਾਲ ਚੰਗਾ? ਬਹੁਤ ਚੰਗਾ ਪ੍ਰੋਗਰਾਮ ਸੀ। ਬਹਿਣਾ ਉੱਠਣਾ, ਹਾਂ, ਵਿਆਹ ਸ਼ਾਦੀ ਦੇ ਆਉਂਦੇ ਜਾਂਦੇ ਸਾਰੇ ਪਿੰਡ 'ਚ। ਦੇਖੋ ਜੀ, ਇੱਕ ਦਿਨ ਪਹਿਲੇ ਲਾਲਾ ਨੇ ਰਾਤ ਸੀ ਮੁਸਲਮਾਨ ਇੱਕ, ਉਹਨੇ ਆ ਕੇ ਕਿਹਾ ਸੀ ਵੀ ਰਾਤ ਤੁਹਾਡੀ ਹੈਗੀ, ਸਵੇਰੇ ਤੁਹਾਡੇ ਪਿੰਡ 'ਤੇ ਹਮਲਾ ਹੋਵੇਗਾ। ਸਾਰਾ ਪਿੰਡ ਕਿਰਪਾਨਾਂ ਲੈ ਗਏ, ਕੋਈ ਗੰਡਾਸੇ ਲੈ ਗਏ, ਜੇ ਕਿਸੇ ਹੱਥ ਹਥਿਆਰ ਆਇਆ ਉਹ ਲੈ ਕੇ ਤੇ ਇਕੱਠੇ ਹੋ ਕੇ ਸਤਿ ਸ੍ਰੀ ਅਕਾਲ ਉਹਦੇ ਸੋਹਣੇ ਆ। ਉਹਦੇ ਮੁਸਲਮਾਨ ਆਏ ਨਹੀਂ, ਕਿਸੇ ਹੋਰ ਪਾਸੇ ਚਲੇ ਗਏ। ਮੈਂ ਉਹ ਜਿਹੜਾ ਕੋਈ ਹੁੰਦਾ ਨਾ ਕੰਧਾਲਾ ਟੋਏ ਪੱਟਣ ਵਾਲਾ, ਉਹ ਲੈ ਕੇ ਬੂਹੇ 'ਚ ਖੜਾ ਹੋ ਗਿਆ ਸੀ। ਅੱਛਾ, ਵੀ ਇੱਕ ਦੋ ਵੀ ਮਾਰ ਲਿਆ। ਪਰ ਜੇ ਉਹ ਆ ਜਾਂਦੇ ਤਾਂ ਅਸੀਂ ਇਹ ਬਚਣਾ ਨਹੀਂ ਸੀ ਇੱਕ ਬੰਦਾ ਵੀ, ਕਿਉਂਕਿ ਮੁਸਲਮਾਨ ਜ਼ਿਆਦਾ ਸੀ ਤੇ ਪਿੰਡ ਛੋਟਾ ਸੀ। ਸੰਨ 47 ਜਿੱਥੇ ਮੈਂ ਪੜ੍ਹਦਾ ਸੀ ਨਾ, ਸੰਨ 47 ਤੇ 48 ਤੇ 46 ਇਹ ਤਿੰਨ ਪਿੰਡ ਇਕੱਠੇ ਹੋ ਗਏ। ਕੋਈ ਫੌਜੀ ਰਿਟਾਇਰ ਸੀ, ਕੋਈ ਪੁਲਿਸ ਵਾਲਾ ਰਿਟਾਇਰ ਸੀ ਵੀ ਮੁਕਾਬਲਾ ਕਰਾਂਗੇ। ਸਾਡੇ ਲਾਲਾ ਜੀ ਨੂੰ ਕਹਿੰਦੇ ਕਿ ਉੱਥੇ ਚਲੋ, ਉੱਥੇ ਹੀ ਨਹੀਂ ਉਹਦਾ ਜ਼ੋਰ ਹੈ। ਸਾਡੀ ਕਿਸਮਤ ਚੰਗੀ ਸੀ, ਨਹੀਂ ਗਏ। ਉਹ ਤਿੰਨਾਂ ਪਿੰਡਾਂ ਦਾ ਇੱਕ ਬੱਚਾ ਨਹੀਂ ਬਚਿਆ। ਮਾਰੇ ਨੂੰ ਬੱਚਾ ਹੀ ਛੱਡਦੇ। ਰਾਤ ਨੂੰ ਨਹਿਰ ਤੋੜਦੀ, ਪਿੰਡ ਦੇ ਵਿੱਚ ਪਾਣੀ ਭਰ ਗਿਆ। ਹੁਣ ਪਾਣੀ ਨੂੰ ਸੰਭਾਲਣਗੇ, ਉਹਨਾਂ ਨਾਲ ਲੜਾਈ ਕਰਨ। ਤਿੰਨਾਂ ਪਿੰਡਾਂ ਦਾ ਕਮੋ ਸਿੱਖਾਂ ਦਾ ਪਿੰਡ ਸੀ ਤੇ ਤਿੰਨਾਂ ਪਿੰਡਾਂ 'ਚ ਇੱਕ ਬੱਚਾ ਨਹੀਂ ਛੱਡਿਆ। ਉਹਨਾਂ ਸਭ ਖਤਮ ਕਰਤੇ। ਅਸੀਂ ਜਾਂਦੇ ਸੀ, ਉੱਥੇ ਨਹੀਂ ਗਏ ਤਾਂ ਅਸੀਂ ਬਚ ਕੇ ਜ਼ਰਾ ਗਏ। ਦੂਸਰੇ ਦਿਨ ਸਾਨੂੰ ਪਤਾ ਲੱਗਿਆ ਸੀ, ਰਾਤ ਨੂੰ ਨਿਕਲ ਕੇ ਘਰੋਂ ਸਾਰੀ ਰਾਤ ਖੇਤ 'ਚ ਪੈ ਰਹੇ, ਨਰਮੇ ਦੇ ਖੇਤ 'ਚ, ਗੰਨਿਆਂ ਦੇ ਖੇਤ 'ਚ। ਅਸੀਂ 2-3 ਘਰ ਹੈਗੇ ਸੀ। ਮੇਰੀ ਭੂਆ ਗਏ 'ਚ ਅਸੀਂ 19 ਤੱਕ ਤੇ 20 ਤੱਕ ਮੇਰੇ 2 ਤਾਏ ਰਹਿੰਦੇ ਸੀ। ਅਸੀਂ ਪਹਿਲਾਂ ਤਾਂ ਉਹਨਾਂ ਕੋਲ ਆਏ, ਆਪਦੇ ਪਿੰਡ 'ਚ ਨਿਕਲ ਗਏ। ਅਸੀਂ 15-20 ਜਣੇ ਹੈਗੇ ਸੀ। ਦਿਨ ਸਿਵੇ ਤੇ ਉਹ ਪਟਵਾਰੀ ਆ ਗਿਆ ਮੁਸਲਮਾਨ, ਉਹ ਵੀ ਤਾਂ ਕਿ ਉਹਨੂੰ ਫੜਾ ਦੇ ਵੀ ਅਸੀਂ ਵਾਪਸ ਆ ਕੇ ਲੈ ਲਾਂਗੇ। ਦਾਦੀ ਸਾਡੀ 110 ਸਾਲ ਦੀ ਸੀ। ਅੱਛਾ ਜੀ। ਉਹਨੂੰ ਜਿੰਦਾ ਛੱਡ ਕੇ ਆਏ। ਫਿਰ ਜੋ ਨਿਕਲੇ ਫਿਰ ਵਾਪਸ ਆਉਂਦਾ ਤਾਂ ਸਵਾਲ ਹੀ ਨਹੀਂ। ਉੱਥੋਂ ਆਏ ਉਕਾੜੇ ਕਾਫਲਾ ਇਕੱਠਾ ਹੋਇਆ। 2 ਵਜੇ ਅਸੀਂ ਦੋਵੇਂ ਛੱਡੇ। 1 ਰੁਪਇਆ ਮੇਰੀ ਮਾਂ ਦੀ ਜੇਬ ਵਿੱਚ ਕਿਸੇ ਖੁੱਲ੍ਹਾ, ਉਹ ਲੈ ਕੇ ਆਏ ਸੀ ਬਸ। ਉੱਥੇ ਜੀ ਕੋਈ 1-2 ਦਿਨ ਰਹੇ। ਫਿਰ ਉਹ ਕਾਫਲਾ ਚੱਲ ਪਿਆ, ਤੁਰਦੇ ਆਏ। ਦੀਪਾਲਪੁਰ ਇਸ ਪਾਸੇ ਹੋ ਗਏ, ਫਾਜ਼ਿਲਕਾ ਆ ਗਏ। ਉੱਥੋਂ ਬੱਸ ਮਿਲਦੀ, ਬੱਸ ਚੜੇ ਤੇ ਫਾਜ਼ਿਲਕਾ ਪਹੁੰਚਾਤਾ ਸਾਨੂੰ ਸੁਲੇਮਾਨ ਦੇ। ਉੱਥੋਂ ਆ ਕੇ ਫਾਜ਼ਿਲਕਾ ਤੋਂ ਅਸੀਂ ਅਬੋਹਰ ਆ ਗਏ। ਮੁਸਲਮਾਨ ਦੇ ਕੋਲ ਮਿਲੇ ਸੀ, ਘੋੜੀਆਂ 'ਤੇ ਆਏ ਸੀ ਤੇ ਉਹ ਖਾਲੀ ਹੱਥ ਵੇਖ ਲਿਆ ਵੀ ਕੁਛ ਵੀ ਘੋੜੀਆਂ ਦੇ ਕੋਲ ਤੋਂ, ਤੇ ਸਾਨੂੰ ਕੁਛ ਨਹੀਂ ਕਿਹਾ। ਲਾਸ਼ਾਂ ਆਈ ਪਈ ਸੀ ਜਿਵੇਂ ਕੁੱਤੇ ਮਰੇ ਪਏ ਹੁੰਦੇ ਨੇ, ਕੋਈ ਗਿਣਤੀ ਕੋਈ ਨਹੀਂ ਸੀ। ਖੂਹ ਵਿੱਚ ਪਾਣੀ ਭਰਨ ਜਾਂਦੇ ਤੇ ਖੂਹ ਲਾਸ਼ਾਂ ਦੇ ਭਰੇ ਪਏ ਸੀ, ਪਾਣੀ ਪੀਣ ਨੂੰ ਨਹੀਂ ਮਿਲਦਾ ਸੀ। 10-12 ਦਿਨ ਤੱਕ ਕਾਫਲਾ ਚੱਲਦਾ ਰਿਹਾ। ਬਾਕੀ 4 ਮਿਲਟਰੀ ਵਾਲੇ ਗਏ ਸੀ ਜੀਪ ਤੇ, ਬਾਰ-ਬਾਰ ਚੱਕਰ ਮਾਰਦੇ ਰਹਿੰਦੇ। ਹੋ ਕਿਸੇ ਮੁਸਲਮਾਨ ਦੀ ਹਿੰਮਤ ਨਹੀਂ ਪਈ ਵੀ ਆ ਕੇ ਸਾਨੂੰ ਛੇੜੇ। ਨਹੀਂ, ਜਿਹੜੇ ਤੁਸੀਂ ਦਾਦੀ ਉੱਥੇ ਰਹਿ ਗਏ ਸੀ ਤੁਹਾਡੇ, ਹਾਂ, ਉਹਨਾਂ ਦਾ ਕੁਝ ਪਤਾ ਲੱਗਾ ਫਿਰ? ਨਾ ਜੀ ਨਾ। ਤਾਇਆ ਕਹਿਣ ਲੱਗਾ ਅੰਮਾ ਕਿੱਥੇ? ਲਾਲਾ ਜੀ ਕਹਿਣ ਲੱਗੇ ਉਹ ਤੁਸੀਂ ਛੱਡੇ ਉੱਥੇ ਹੀ। ਆਖੇ ਲੈ ਕੇ ਆਉਣਾ ਮੈਂ ਨਾ। ਲਾਲਾ ਜੀ ਕਹਿਣ ਲੱਗੇ ਵੀ ਨਾ ਲੈ, ਤੈਨੂੰ ਮੁਸਲਮਾਨ ਮਾਰ ਦੇਣਗੇ। ਨਾ ਦਾਦੀ ਦਾ ਪਤਾ ਕਿੱਥੇ ਮਰੀ, ਨਾ ਤਾਏ ਦਾ ਪਤਾ ਕਿੱਥੇ ਮਰਿਆ। ਮਾਰੇ ਨਹੀਂ ਕਿਸੇ ਨੇ।
ਹਸਪਤਾਲ 'ਚ ਪਹੁੰਚ ਗਿਆ ਸੀ ਮਿੰਟ ਗੁਮਰੀ, ਅੱਛਾ ਉੱਥੇ ਹਸਪਤਾਲ 'ਚ ਹੀ ਮਰੇ ਨੇ। ਇੰਨਾ ਪਤਾ ਲੱਗਦਾ ਹੈ ਵੀ ਚਲੋ ਟੂਮਾਂ ਵੀ ਕੱਢ ਲਿਆਵਾਂਗੇ ਜਿਹੜੀਆਂ ਪਈਆਂ ਨੇ, ਤੇ ਨਾਲੇ ਮਾਂ ਨੂੰ ਲੈ ਆਵਾਂਗੇ। ਮੈਂ ਕਹਿੰਦਾ ਹੁਣ ਵੀ ਯਾਦ ਆਉਂਦੀ ਹੈ, ਦਾਦੀ ਸਾਡੀ ਹੁਣ ਵੀ ਯਾਦ ਆਉਂਦੀ। ਕਹਿੰਦੀ ਮੈਨੂੰ ਕੌਣ ਮਾਰਿਆ, ਤੁਸੀਂ ਆਪਣੀ ਜਾਨ ਬਚਾ ਕੇ ਤੁਸੀਂ ਭੱਜੋ। ਤੁਹਾਡੇ ਘਰ ਉੱਥੇ ਮਤਲਬ ਮੁਸਲਮਾਨਾਂ ਦੇ ਪਿੰਡ 'ਚ ਬੈਠੇ ਸੀ, ਉਹਨਾਂ ਨੇ ਕੋਈ ਅਮਦਿਆਦ ਕੀਤੀ ਜਾਂ ਉਹਨਾਂ ਨੇ ਕੋਈ ਰੌਲਾ ਪਾਇਆ? ਨਾਲ ਹੈਗੀ ਸੀ ਪਿੰਡ ਖੇਤ ਜਗ੍ਹਾ ਸੀ, ਉਹ ਕਹਿੰਦੇ ਸਾਡੇ ਘਰੇ ਆ ਜਾਓ ਤੁਸੀਂ, ਤੁਹਾਨੂੰ ਕੁਝ ਨਹੀਂ ਹੁੰਦਾ। ਤੇ ਉਹ ਲਾਲਾ ਜੀ ਕਹਿਣ ਲੱਗੇ ਅਸੀਂ ਤੁਹਾਡੇ ਘਰੇ ਆਵਾਂਗੇ, ਤੁਹਾਨੂੰ ਵੀ ਲੋਕ ਮਾਰਨਗੇ। ਫਿਰ ਗਏ ਹੀ ਨਹੀਂ ਕਿਸੇ ਦੇ ਘਰੇ, ਨਿਕਲ ਹੀ ਆਏ ਇੱਧਰ। ਪਿੰਡ 'ਚ ਕਿਹੜੇ ਪਾਸੇ ਤੁਹਾਡਾ ਘਰ ਹੁੰਦਾ ਸੀ? ਸਾਹਮਣੇ ਸਕੂਲ ਹੁੰਦਾ ਸੀ, ਨਾਲ ਬਾਹਰਲੇ ਪਾਸੇ ਸਕੂਲ ਵੀ ਪਛਾਣ ਲਾਂਗੇ। ਘਰ ਤਾਂ ਆਈ ਹੈ ਵੀ 4 ਚੌਕ ਲਈ ਗਲੀ ਇਸ ਤਰ੍ਹਾਂ, ਬਿਲਕੁਲ ਚੌਕ ਦੇ ਵਿੱਚ ਖੂਹ ਸੀ। ਇਸ ਨੁੱਕਰ 'ਤੇ ਸਾਡੀ ਦੁਕਾਨ ਹੁੰਦੀ ਸੀ, ਘਰ ਹੁੰਦਾ ਸੀ, ਨਾਲ ਗੁਰਦੁਆਰਾ ਹੁੰਦਾ ਸੀ। ਸਾਹਮਣੇ ਗਲੀ ਵਿੱਚ ਭੂਆ ਦਾ ਘਰ ਸੀ। ਸਭ ਕੁਝ ਮੈਂ ਚੰਗੀ ਤਰ੍ਹਾਂ ਪਛਾਣ ਲਾਂਗਾ। ਤੇ ਬਾਕੀ ਜਿਹੜੀ ਤੁਹਾਡੀ ਭੈਣ ਸੀ ਉਹ ਕਿੱਥੇ, ਉਹਨਾਂ ਦਾ ਕਿੱਥੇ ਵਿਆਹ ਹੋਇਆ? ਦੇਖੋ ਜੀ, ਇੱਕ ਤਾਂ ਅੱਖਾਂ ਤੋਂ ਨਹੀਂ ਸੀ ਬਿਲਕੁਲ, ਬਚਪਨ ਤੋਂ ਹੀ ਸ਼ਾਦੀ ਕੀਤੀ ਸੀ, ਨਹੀਂ ਕਾਮਯਾਬ ਹੋਏ। ਤੇ ਇੱਕ ਭੈਣ ਅਜੇ ਇੱਥੇ ਹੈਗੀ ਹੈ, ਫਤਿਆਬਾਦ 'ਚ ਹੀ ਰਹਿੰਦੀ ਹੈ। ਕੋਸ਼ਿਸ਼ ਹੀ ਬਹੁਤ ਕੀਤੀ। ਸਭ ਤੋਂ ਵੱਡੀ ਗੱਲ ਤਾਂ ਮਾਤਾ ਜੀ ਦਾਦੀ ਸਾਡੀ ਨੂੰ ਲਿਆਉਣ ਵਾਸਤੇ, ਫਿਰ ਵੀ ਸ਼ਾਇਦ ਉਹ ਜਿਹੜਾ ਘੜਾ ਨੱਪਿਆ ਹੈ ਉਹ ਮਿਲ ਜਾਵੇ। ਬਹੁਤ ਕੋਸ਼ਿਸ਼ ਕੀਤੀ, ਜਾ ਨਹੀਂ ਸਕੇ। ਇਹ ਸਾਡੀ ਗੁਜ਼ਾਰਿਸ਼ ਹੈ ਵੀ ਸਾਨੂੰ ਕੋਈ ਯਾਰ ਦੋਸਤ ਪੁਰਾਣੇ ਜ਼ਮਾਨੇ ਯਾਦ ਹੋਵੇ ਤਾਂ ਸਾਨੂੰ ਰਾਮ ਰਾਮ ਭੇਜੇ ਜਾਂ